ਸ਼੍ਰੀ ਗੁਰੂ ਨਾਨਕ ਦੇਵ ਜੀ ਕਾਕ ਭੁਸੁੰਡ ਦੇ ਟਿਕਾਣੇ ਤੋਂ ਚੱਲ ਕੇ ਅਲ ਲਾਚੀਨ ਪੰਛੀਆਂ ਦੇ ਦੇਸ਼ ਚਲੇ ਗਏ। ਇਹਨਾਂ ਪੰਛੀਆਂ ਦੀਆਂ ਵੱਡੀਆਂ ਵੱਡੀਆਂ ਦੇਹਾਂ ਸਨ ਜੋ ਹਾਥੀਆਂ ਨੂੰ ਆਪਣੀ ਚੁੰਝ ਵਿੱਚ ਚੁੱਕ ਕੇ ਉੱਡ ਜਾਂਦੇ ਸਨ। ਉੱਥੇ ਹੀ ਪ੍ਰਹਿਲਾਦ ਭਗਤ ਦਾ ਨਿਵਾਸ ਸੀ ਜੋ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਬੈਠਾ ਹੋਇਆ ਸੀ। ਗੁਰੂ ਜੀ ਨੇ ਜਦ ਉਸ ਦੇ ਪਾਸ ਖੜੇ ਹੋ ਕੇ ਉੱਚੀ ਆਵਾਜ਼ ਨਾਲ ਕਰਤਾਰ ਕਰਤਾਰ ਕਿਹਾ ਤਾਂ ਪ੍ਰਹਿਲਾਦ ਭਗਤ ਦੀ ਸਮਾਧੀ ਖੁੱਲ੍ਹ ਗਈ। ਗੁਰੂ ਜੀ ਨੂੰ ਵੇਖ ਕੇ ਉਸਨੇ ਪੁੱਛਿਆ, ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ? ਇਸ ਅਸਥਾਨ ਤੇ ਤੁਹਾਨੂੰ ਕਿਸ ਨੇ ਲਿਆਂਦਾ ਹੈ? ਇੱਥੇ ਕਿਸੇ ਪੁਰਸ਼ ਦੀ ਪਹੁੰਚ ਨਹੀਂ ਹੈ, ਅੱਗੇ ਕਿੱਥੇ ਜਾਣ ਦੀ ਇੱਛਾ ਹੈ? ਇਹ ਪ੍ਰਸ਼ਨ ਸੁਣ ਕੇ ਗੁਰੂ ਜੀ ਬੋਲੇ, ਭਗਤ ਜੀ, ਤੁਸਾਂ ਜੋ ਬੜੀ ਸ਼ਰਧਾ ਨਾਲ ਨਾਮ ਸਿਮਰਿਆ ਹੈ ਅਤੇ ਜਿਸ ਨੇ ਤੁਹਾਡੀ ਰੱਖਿਆ ਕਰਕੇ ਤੁਹਾਡੇ ਦੋਖੀਆਂ ਨੂੰ ਮਾਰ ਕੇ ਨਾਸ਼ ਕੀਤਾ ਹੈ, ਅਸੀਂ ਵੀ ਉਸ ਦੇ ਹੀ ਉਪਾਸਕ ਹਾਂ ਅਤੇ ਉਸ ਦੀ ਸ਼ਕਤੀ ਕਰਕੇ ਹੀ ਇੱਥੇ ਤੁਹਾਡੇ ਦਰਸ਼ਨਾਂ ਦੀ ਚਾਹ ਕਰਕੇ ਆਏ ਹਾਂ। ਪ੍ਰਹਿਲਾਦ ਨੇ ਕਿਹਾ, ਕਿਹੜਾ ਭਾਂਡਾ ਧੋ ਕੇ ਸਾਫ਼ ਕੀਤਾ ਹੈ? ਕਿਹੜਾ ਉਸ ਵਿੱਚ ਦੁੱਧ ਚੋ ਕੇ ਪਾਇਆ ਹੈ? ਕਿਸ ਤਰ੍ਹਾਂ ਤੱਤਾ ਕੀਤਾ ਹੈ? ਉਸ ਵਿੱਚ ਜਾਗ ਕਿਹੜੀ ਲਾਈ ਹੈ? ਕਿਸ ਥਾਂ ਤੇ ਰੱਖ ਕੇ ਦੁੱਧ ਜਮਾਇਆ? ਫਿਰ ਕਿਸ ਤਰ੍ਹਾਂ ਰਿੜਕ ਕੇ ਮੱਖਣ ਕੱਢਿਆ ਹੈ? ਫਿਰ ਉਸ ਮੱਖਣ ਨੂੰ ਕਿਸ ਤਰ੍ਹਾਂ ਛਕਿਆ? ਸਾਰੀ ਗੱਲ ਵਿਚਾਰ ਕੇ ਮੈਨੂੰ ਦੱਸੋ। ਗੁਰੂ ਜੀ ਨੇ ਦੱਸਿਆ, ਸਰੀਰ ਭਾਂਡੇ ਨੂੰ ਧੋ ਕੇ ਖਿਮਾ ਰੂਪੀ ਗਊ ਦਾ ਸੰਤੋਖ ਰੂਪੀ ਦੁੱਧ ਚੋ ਕੇ ਸਰੀਰ ਨੂੰ ਸਾਧਨ ਕਰਨ ਦਾ ਚੁੱਲ੍ਹਾ ਬਣਾਇਆ ਹੈ। ਉਸ ਵਿੱਚ ਗੁਰ ਉਪਦੇਸ਼ ਰੂਪੀ ਜਾਗ ਪਾਈ ਹੈ। ਸਤ ਸੰਗਤ ਰੂਪੀ ਸ੍ਰੇਸ਼ਟ ਅਸਥਾਨ ਤੇ ਰੱਖ ਕੇ ਜਮਾਇਆ ਹੈ। ਮਨ ਦੇ ਵਿਚਾਰਾਂ ਦੀ ਮਧਾਣੀ ਨਾਲ ਆਪਾ ਜਾਣ ਕੇ ਹੰਕਾਰ ਤਿਆਗ ਨਾਲ ਰਿੜਕਿਆ ਹੈ। ਭਾਣਾ ਮੰਨਣ ਦੇ ਸਵਾਦ ਨਾਲ ਛਕਿਆ ਹੈ ਅਤੇ ਗੁਰੂ ਦੀ ਕਿਰਪਾ ਕਰਕੇ ਤ੍ਰਿਪਤ ਹੋਏ ਹਾਂ। ਭਗਤ ਪ੍ਰਹਿਲਾਦ ਨੇ ਇਹ ਬਚਨ ਸੁਣ ਕੇ ਦੋਵੇਂ ਹੱਥ ਜੋੜ ਕੇ ਆਪ ਜੀ ਨੂੰ ਨਮਸਕਾਰ ਕੀਤੀ। ਗੁਰੂ ਜੀ ਨੇ ਵੀ ਉਸ ਦਾ ਪ੍ਰੇਮ ਵੇਖ ਕੇ ਉਸ ਨੂੰ ਨਮਸਕਾਰ ਕੀਤੀ। ਪ੍ਰਹਿਲਾਦ ਭਗਤ ਨੇ ਕਿਹਾ, ਤੁਸੀਂ ਜਗਤ ਉਦਾਰਨ ਵਾਸਤੇ ਪੂਰਨ ਅਵਤਾਰ ਹੋ। ਜਿਸ ਤਰ੍ਹਾਂ ਨਰਸਿੰਘ ਅਵਤਾਰ ਮੇਰੀ ਰੱਖਿਆ ਵਾਸਤੇ ਹੋਏ ਹਨ। ਭਾਈ ਬਾਲੇ ਨੇ ਪੁੱਛਿਆ, ਭਗਤ ਜੀ, ਮੈਨੂੰ ਆਪਣੀ ਉਹ ਕਥਾ ਸੁਣਾਓ ਜਿਸ ਤਰ੍ਹਾਂ ਪ੍ਰਭੂ ਨੇ ਤੁਹਾਡੀ ਰੱਖਿਆ ਕੀਤੀ ਸੀ। ਭਾਈ ਬਾਲੇ ਦੀ ਬੇਨਤੀ ਸੁਣ ਕੇ ਪ੍ਰਹਿਲਾਦ ਜੀ ਨੇ ਕਿਹਾ ਕਿ ਪਹਿਲਾਂ ਇੱਕ ਸਮੇਂ ਜਗਤ ਦੇ ਸੁਆਮੀ ਨੇ ਬਰਾਹ ਦਾ ਅਵਤਾਰ ਧਾਰਨ ਕੀਤਾ ਸੀ। ਮੇਰੇ ਪਿਤਾ ਦਾ ਭਾਈ ਪ੍ਰਿਥਵੀ ਨੂੰ ਲੈ ਕੇ ਹੇਠਾਂ ਰਸਾਤਲ ਵਿੱਚ ਲੈ ਗਿਆ। ਉਸ ਮੇਰੇ ਚਾਚੇ ਹਰਨਾਕਸ਼ ਨੂੰ ਮਾਰ ਕੇ ਬਰਾਹ ਅਵਤਾਰ ਨੇ ਪ੍ਰਿਥਵੀ ਨੂੰ ਜਗਤ ਦੇ ਵਰਤਣ ਵਾਸਤੇ ਉੱਪਰ ਲੈ ਆਂਦਾ। ਉਸਨੇ ਮੇਰੇ ਚਾਚੇ ਦਾ ਮਰਨਾ ਸੁਣ ਕੇ ਮੇਰੇ ਪਿਤਾ ਨੇ ਆਪਣੇ ਨੌਕਰਾਂ ਨੂੰ ਬੜੇ ਕ੍ਰੋਧ ਨਾਲ ਕਿਹਾ ਕਿ ਜਿਸ ਨੇ ਬ੍ਰਾਹਮਣਾਂ ਅਤੇ ਦੇਵਤਿਆਂ ਵਾਸਤੇ ਮੇਰੇ ਭਾਈ ਨੂੰ ਛਲ ਨਾਲ ਸੂਰ ਦਾ ਸਰੀਰ ਧਾਰ ਕੇ ਮਾਰਿਆ ਹੈ, ਉਸ ਵਿਸ਼ਨੂੰ ਤੋਂ ਮੈਂ ਆਪਣੇ ਭਾਈ ਦਾ ਬਦਲਾ ਲੈ ਕੇ ਹੀ ਛੱਡਾਂਗਾ। ਤੁਸੀਂ ਸਾਰੇ ਦੇਸ਼ ਵਿੱਚ ਫਿਰ ਕੇ ਜਿੱਥੇ ਵੀ ਬ੍ਰਾਹਮਣ, ਗਊ ਅਤੇ ਵਿਸ਼ਨੂੰ ਦੇ ਉਪਾਸਕ ਸਾਧੂ ਨੂੰ ਵੇਖੋ, ਸਭ ਨੂੰ ਮਾਰ ਦਿਓ। ਰਾਜੇ ਹਰਨਕਸ਼ਪ ਦਾ ਇਹ ਹੁਕਮ ਸੁਣ ਕੇ ਵੱਡੇ ਵੱਡੇ ਭਿਆਨਕ ਦੈਂਤ, ਤੀਨ ਨੈਣ, ਇਲਵਲ ਅਤੇ ਵਿਪਰਚਿਤ ਆਦਿ ਜਗਤ ਵਿੱਚ ਦੌੜ ਗਏ। ਜਿੱਥੇ ਜਿੱਥੇ ਮੁਨੀ ਬ੍ਰਾਹਮਣ ਆਦਿ ਰਹਿੰਦੇ ਸਨ, ਉਹਨਾਂ ਨੂੰ ਮਾਰ ਕੇ ਉਹਨਾਂ ਦੇ ਅਸਥਾਨਾਂ ਨੂੰ ਅੱਗਾਂ ਲਗਾ ਕੇ ਸਾੜ ਦਿੰਦੇ, ਮੰਦਰਾਂ ਨੂੰ ਢਾਹ ਕੇ ਮਿੱਟੀ ਕਰ ਦਿੰਦੇ, ਯੱਗ ਹੋਮ ਕਰਨੇ ਸਭ ਬੰਦ ਕਰ ਦਿੱਤੇ। ਇਸ ਤਰ੍ਹਾਂ ਦੇ ਘੋਰ ਅਨਰਥਾਂ ਕਰਕੇ ਸਾਰੀ ਪ੍ਰਜਾ ਵਿਆਕੁਲ ਹੋ ਗਈ। ਸਵਰਗਾਂ ਵਿੱਚੋਂ ਦੇਵਤੇ ਪ੍ਰਿਥਵੀ ਉੱਤੇ ਹੋਰ ਰੂਪ ਧਾਰ ਕੇ ਰਹਿਣ ਲੱਗੇ। ਹੋਮ ਜਗ ਪੂਜਾ ਸਭ ਬੰਦ ਹੋ ਗਏ। ਜਗਤ ਵਿੱਚ ਐਸੀ ਭਿਆਨਕ ਦਸ਼ਾ ਪੈਦਾ ਕਰਕੇ ਮੇਰਾ ਪਿਤਾ ਹਿਰਨਕਸ਼ਪ ਤਪ ਦੇ ਬਲ ਕਰਕੇ ਤਿੰਨਾਂ ਲੋਕਾਂ ਨੂੰ ਜਿੱਤਣ ਦਾ ਸੰਕਲਪ ਕਰਕੇ ਮੰਦਰਾਚਲ ਪਰਬਤ ਦੀ ਚੋਟੀ ਉੱਤੇ ਤਪ ਕਰਨ ਚਲਿਆ ਗਿਆ। ਜਦ ਇੱਕ ਲੱਤ ਉੱਤੇ ਖੜਾ ਹੋ ਕੇ ਅਤੇ ਬਾਹਾਂ ਉੱਚੀਆਂ ਕਰਕੇ ਉਸਨੇ ਬੜਾ ਕਠਿਨ ਤਪ ਕੀਤਾ ਤਾਂ ਉਸ ਦੀਆਂ ਜਟਾਂ ਵਿੱਚੋਂ ਅਗਨੀ ਦਾ ਧੂਆਂ ਇਤਨਾ ਬਹੁਤ ਨਿਕਲਣ ਲੱਗਾ ਕਿ ਜਗਤ ਵਿੱਚ ਉਸ ਦੇ ਫੈਲ ਜਾਣ ਕਰਕੇ ਸਾਰੇ ਆਦਮੀ ਤੇ ਦੇਵਤੇ ਦੁਖੀ ਹੋ ਕੇ ਬ੍ਰਹਮਾ ਪਾਸ ਗਏ। ਸਭ ਨੇ ਬੇਨਤੀ ਕੀਤੀ ਕਿ ਆਪ ਨਿਸ਼ਚਿੰਤ ਹੋ ਕੇ ਬੈਠੇ ਹੋ। ਹਿਰਨਕਸ਼ਪ ਦੇ ਘੋਰ ਤਪ ਕਰਕੇ ਜਗਤ ਵਿੱਚ ਬਹੁਤ ਡਰ ਫੈਲ ਗਿਆ ਹੈ। ਸਭ ਜੀਵ ਦੁਖੀ ਹਨ, ਉਸ ਦਾ ਕੋਈ ਉਪਾਅ ਕਰੋ। ਅਸਾਂ ਸੁਣਿਆ ਹੈ ਕਿ ਤੁਹਾਡੀ ਬ੍ਰਹਮਪੁਰੀ ਵੀ ਲੈਣ ਦੀ ਇੱਛਾ ਰੱਖਦਾ ਹੈ। ਹੁਣ ਤੁਸੀਂ ਕੋਈ ਇਸ ਦਾ ਉਪਾਅ ਨਹੀਂ ਕਰੋਗੇ ਤਾਂ ਪੁੰਨੀ ਤੇ ਪਾਪੀ ਦਾ ਭੇਦ ਮਿਟ ਜਾਏਗਾ। ਜਗਤ ਵਿੱਚ ਉਲਟੀ ਰੀਤ ਚੱਲ ਪਵੇਗੀ। ਦੇਵਤਿਆਂ ਦੀ ਗੱਲ ਸੁਣ ਕੇ ਅਤੇ ਆਪਣੇ ਭਲੇ ਦੀ ਵਿਚਾਰ ਕੇ ਬ੍ਰਹਮਾ ਉੱਥੇ ਚਲਿਆ ਗਿਆ ਜਿੱਥੇ ਹਿਰਨਕਸ਼ਪ ਤਪ ਕਰਦਾ ਸੀ। ਉਸ ਦਾ ਕਠਿਨ ਤਪ ਵੇਖ ਕੇ ਬ੍ਰਹਮਾ ਬੜਾ ਹੈਰਾਨ ਹੋ ਗਿਆ। ਉਸਨੇ ਉੱਚੀ ਆਵਾਜ਼ ਨਾਲ ਹਿਰਨਕਸ਼ਪ ਨੂੰ ਆਖਿਆ, ਹੇ ਪੁੱਤਰ, ਉੱਠੋ, ਤੂੰ ਬੜਾ ਉਗਰ ਤਪ ਕੀਤਾ ਹੈ। ਮੈਂ ਤੇਰੇ ਉੱਤੇ ਬਹੁਤ ਪ੍ਰਸੰਨ ਹਾਂ। ਜੋ ਤੇਰੀ ਇੱਛਾ ਹੈ ਵਰ ਮੰਗ ਲੈ। ਉਪਰੰਤ ਬ੍ਰਹਮਾ ਨੇ ਹਿਰਨਕਸ਼ਪ ਉੱਤੋਂ ਜੋ ਘਾਸ ਫੂਸ ਜੰਮਿਆ ਹੋਇਆ ਸੀ ਉਸ ਨੂੰ ਦੂਰ ਕਰਕੇ
ਪਾਣੀ ਦਾ ਛਿੱਟਾ ਮਾਰ ਕੇ ਹਿਰਨਕਸ਼ਪ ਨੂੰ ਸਾਵਧਾਨ ਕੀਤਾ। ਹਿਰਨਕਸ਼ਪ ਨੇ ਬ੍ਰਹਮਾ ਨੂੰ ਵੇਖ ਕੇ ਉਸ ਦੀ ਬੜੀ ਉਸਤਤੀ ਕੀਤੀ ਅਤੇ ਬਾਰੰਬਾਰ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਜੇ ਮੈਨੂੰ ਵਰ ਦਿੰਦੇ ਹੋ ਤਾਂ ਇਹ ਦਿਓ, ਜਿੱਥੋਂ ਤੱਕ ਤੁਹਾਡੀ ਸ੍ਰਿਸ਼ਟੀ ਦੀ ਰਚਨਾ ਹੈ ਉਸ ਵਿੱਚ ਕਿਸੇ ਥਾਂ ਵੀ ਮੈਂ ਨਾ ਰਾਤੀ ਮਰਾਂ ਨਾ ਦਿਨੇ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਆਕਾਸ਼ ਵਿੱਚ ਨਾ ਪ੍ਰਿਥਵੀ ਤੇ ਮਰਾਂ, ਨਾ ਕਿਸੇ ਸ਼ਸਤਰ ਨਾਲ ਨਾ ਕਿਸੇ ਸੱਪ ਆਦਿ ਨਾਲ ਮੇਰੀ ਮੌਤ ਹੋਵੇ, ਤਿੰਨਾਂ ਲੋਕਾਂ ਤੇ ਮੇਰਾ ਨਿਹਕੰਟਕ ਰਾਜ ਹੋਵੇ। ਬ੍ਰਹਮਾ ਨੇ ਕਿਹਾ, ਏਵਮ ਸਤ, ਇਸ ਤਰ੍ਹਾਂ ਹੀ ਹੋਵੇਗਾ। ਹਿਰਨਕਸ਼ਪ ਇਹ ਵਰ ਲੈ ਕੇ ਬੜਾ ਪ੍ਰਸੰਨ ਹੋਇਆ ਤੇ ਤਿੰਨਾਂ ਲੋਕਾਂ ਨੂੰ ਜਿੱਤ ਕੇ ਸਵਰਗਾਂ ਵਿੱਚ ਆਪਣੀ ਰਾਜਧਾਨੀ ਬਣਾ ਕੇ ਬੇਅੰਤ ਸੁੱਖ ਭੋਗਣ ਲੱਗਾ। ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਤੋਂ ਬਿਨਾਂ ਸਾਰੇ ਦੇਵਤੇ ਹਿਰਨਕਸ਼ਪ ਦੀ ਪੂਜਾ ਕਰਨ ਲੱਗੇ। ਸੂਰਜ, ਚੰਦਰਮਾ ਤੇ ਇੰਦਰ ਆਦਿਕ ਦੇਵਤੇ ਭੈ-ਭੀਤ ਹੋ ਗਏ ਅਤੇ ਸਾਰਿਆਂ ਮਿਲ ਕਰਕੇ ਵਿਸ਼ਨੂੰ ਪਾਸ ਜਾ ਕੇ ਅਨੇਕ ਪ੍ਰਕਾਰ ਦੀ ਉਸਤਤੀ ਕਰਕੇ ਬੇਨਤੀ ਕੀਤੀ ਕਿ ਹੇ ਜਗਤ ਦੇ ਮਾਲਕ, ਇਸ ਦੁਖਦਾਈ ਦੈਂਤ ਨੂੰ ਮਾਰ ਕੇ ਸਾਡੀ ਪੀੜਾ ਦੂਰ ਕਰੋ। ਤਦ ਆਕਾਸ਼ ਤੋਂ ਬਾਣੀ ਹੋਈ ਕਿ ਇਸ ਦੇ ਘਰ ਇੱਕ ਸ੍ਰੇਸ਼ਟ ਪੁੱਤਰ ਮੈਂ ਪੈਦਾ ਕਰਾਂਗਾ, ਉਸ ਨਾਲ ਇਹ ਵੈਰ ਕਰੇਗਾ। ਉਸ ਦੀ ਰੱਖਿਆ ਵਾਸਤੇ ਮੈਂ ਜਗਤ ਵਿੱਚ ਪ੍ਰਗਟ ਹੋ ਕੇ ਇਸ ਨੂੰ ਮਾਰਾਂਗਾ। ਇਹ ਆਕਾਸ਼ ਬਾਣੀ ਸੁਣ ਕੇ ਸਾਰੇ ਦੇਵਤੇ ਪ੍ਰਸੰਨ ਹੋ ਕੇ ਆਪੋ ਆਪਣੇ ਸਥਾਨਾਂ ਤੇ ਚਲੇ ਗਏ। ਪ੍ਰਹਿਲਾਦ ਭਗਤ ਨੇ ਕਿਹਾ ਕਿ ਮੇਰੇ ਸਮੇਤ ਅਸੀਂ 4 ਭਾਈ ਆਪਣੇ ਪਿਤਾ ਦੇ ਘਰ ਪੈਦਾ ਹੋਏ। ਮੇਰੇ ਉੱਤੇ ਨਾਰਦ ਜੀ ਨੇ ਕਿਰਪਾ ਕਰਕੇ ਮੈਨੂੰ ਵਿਸ਼ਨੂੰ ਭਗਤੀ ਵਿੱਚ ਲਾ ਦਿੱਤਾ। ਮੈਂ ਰਾਤ ਦਿਨ ਵਿਸ਼ਨੂੰ ਭਗਤੀ ਵਿੱਚ ਮਗਨ ਰਹਿੰਦਾ। ਕੁਝ ਸਮੇਂ ਉਪਰੰਤ ਮੇਰੇ ਪਿਤਾ ਨੇ ਮੈਨੂੰ ਦੈਂਤਾਂ ਦੇ ਗੁਰੂ ਸ਼ੁਕਰ ਦੇ ਪੁੱਤਰਾਂ ਸੰਡਾ ਮਰਕਾ ਪਾਸ ਪੜ੍ਹਨੇ ਪਾ ਦਿੱਤਾ। ਉਹ ਮੈਨੂੰ ਜੋ ਕੁਝ ਰਾਜਨੀਤੀ ਆਦਿਕ ਪੜ੍ਹਾਉਂਦੇ ਉਹ ਮੈਂ ਕੁਝ ਨਾ ਪੜ੍ਹਦਾ ਤੇ ਸਦਾ ਨਾਮ ਸਿਮਰਨ ਵਿੱਚ ਲੱਗਾ ਰਹਿੰਦਾ। ਇੱਕ ਦਿਨ ਮੈਨੂੰ ਪਿਤਾ ਜੀ ਨੇ ਗੋਦੀ ਵਿੱਚ ਬਿਠਾ ਕੇ ਬੜੇ ਪਿਆਰ ਨਾਲ ਆਖਿਆ ਕਿ ਹੇ ਪੁੱਤਰ, ਜੋ ਕੁਝ ਤੂੰ ਪੜ੍ਹਿਆ ਹੈ ਉਹ ਮੈਨੂੰ ਸੁਣਾ। ਪਿਤਾ ਦੀ ਗੱਲ ਸੁਣ ਕੇ ਮੈਂ ਕਿਹਾ, ਪਿਤਾ ਜੀ, ਇਹ ਘਰ-ਬਾਰ ਦੁੱਖਾਂ ਦਾ ਘਰ ਹੈ। ਇਸ ਨੂੰ ਤਿਆਗ ਕੇ ਵਿਸ਼ਨੂੰ ਦੀ ਭਗਤੀ ਕਰਕੇ ਉੱਤਮ ਪਦਵੀ ਪ੍ਰਾਪਤ ਕਰੋ। ਜਦ ਮੇਰੀ ਇਹ ਗੱਲ ਮੇਰੇ ਪਿਤਾ ਨੇ ਸੁਣੀ ਤਾਂ ਉਹ ਬਹੁਤ ਹੈਰਾਨਗੀ ਨਾਲ ਹੱਸ ਕੇ ਸੰਡੇ ਨੂੰ ਕਹਿਣ ਲੱਗਾ ਕਿ ਇਸ ਬੱਚੇ ਦੀ ਜੋ ਉਲਟੀ ਮੱਤ ਹੈ, ਇਸ ਨੂੰ ਇਹ ਕਿਸ ਨੇ ਸਿਖਾਈ ਹੈ? ਇਸ ਨੂੰ ਕਿਸੇ ਰਿਖੀ ਪਾਸ ਨਾ ਬੈਠਣ ਦਿਆ ਕਰੋ ਜਿਹੜਾ ਇਸ ਨੂੰ ਐਸੀਆਂ ਉਲਟੀਆਂ ਗੱਲਾਂ ਸਿਖਾਵੇ। ਇਸ ਨੂੰ ਆਪਣੇ ਆਪ ਪਾਸ ਇਕੱਲਾ ਰੱਖ ਕੇ ਪੜ੍ਹਾਓ। ਸੰਡੇ ਨੇ ਮੈਨੂੰ ਵੱਖਰਿਆਂ ਕਰਕੇ ਪੁੱਛਿਆ ਕਿ ਇਹ ਗੱਲ ਤੈਨੂੰ ਕਿਸ ਨੇ ਸਿਖਾਈ ਹੈ ਜਾਂ ਤੈਨੂੰ ਆਪਣੇ ਆਪ ਹੀ ਉਪਜੀ ਹੈ? ਫਿਰ ਇਹ ਗੱਲ ਵਿਸ਼ਨੂੰ ਦੀ ਭਗਤੀ ਵਾਲੀ ਕਦੇ ਨਾ ਕਹਿਣੀ। ਮੈਂ ਕਿਹਾ, ਉਸਤਾਦ ਜੀ, ਮੈਨੂੰ ਤਾਂ ਹੋਰ ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ। ਇੱਕੋ ਪਰਮਾਤਮਾ ਹੀ ਸਾਰੇ ਪਰਿਪੂਰਨ ਹੈ। ਤਦ ਸੰਡਾ ਮਰਕਾ ਇਹ ਵਿਚਾਰ ਕੇ ਕਿ ਇਹ ਦੰਡ ਦਿੱਤੇ ਤੋਂ ਬਿਨਾਂ ਨਹੀਂ ਸੁਧਰੇਗਾ, ਮੈਨੂੰ ਡਰਾ ਧਮਕਾ ਕੇ ਪੜ੍ਹਾਉਣ ਲੱਗੇ। ਕੁਝ ਸਮੇਂ ਉਪਰੰਤ ਜਦ ਫੇਰ ਮੈਨੂੰ ਪਿਤਾ ਜੀ ਨੇ ਬੜੇ ਪਿਆਰ ਨਾਲ ਪੁੱਛਿਆ, ਇਹ ਪੁੱਤਰ ਜੀ, ਸੁਣਾਓ ਹੁਣ ਕੀ ਪੜ੍ਹਿਆ ਜੀ? ਮੈਂ ਕਿਹਾ, ਪਿਤਾ ਜੀ, ਹਰੀ ਜਸ ਪੜ੍ਹਨ, ਸੁਣਨ ਅਤੇ ਵਿਸ਼ਨੂੰ ਭਗਤੀ ਤੋਂ ਬਿਨਾਂ ਹੋਰ ਸਭ ਪੜ੍ਹਨਾ ਬੇਅਰਥ ਹੈ। ਹੋਰ ਪਾਠ ਪੜ੍ਹਨੇ ਛੱਡ ਦਿਓ, ਜਿਨ੍ਹਾਂ ਨਾਲ ਜੀਵਨ ਸਫਲ ਹੋਣ ਦਾ ਕਾਰਜ ਨਹੀਂ ਸੌਰਦਾ। ਮੇਰੀ ਇਹ ਗੱਲ ਸੁਣ ਕੇ ਹਿਰਨਕਸ਼ਪ ਮੇਰੇ ਪਿਤਾ ਨੇ ਬਹੁਤ ਗੁੱਸੇ ਨਾਲ ਅੱਖਾਂ ਲਾਲ ਕਰਕੇ ਸੰਡੇ ਮਰਕੇ ਨੂੰ ਕਿਹਾ, ਤੁਸਾਂ ਮੂਰਖਾਂ ਨੇ ਮੇਰੇ ਪੁੱਤਰ ਨੂੰ ਖੋਟੀ ਸਿੱਖਿਆ ਹੀ ਪੜ੍ਹਾਈ ਹੈ। ਤੁਸੀਂ ਠੱਗਾਂ ਦਾ ਵੇਸ ਬਣਾਇਆ ਹੋਇਆ ਹੈ, ਮੈਨੂੰ ਅੱਜ ਸਮਝ ਆਈ ਹੈ। ਸੰਡੇ ਮਰਕੇ ਨੇ ਕਿਹਾ, ਮਹਾਰਾਜ, ਇਸ ਵਿੱਚ ਸਾਡਾ ਕੋਈ ਦੋਸ਼ ਨਹੀਂ ਹੈ। ਇਸ ਨੂੰ ਇਹ ਪਾਠ ਅਸਾਂ ਨਹੀਂ ਪੜ੍ਹਾਇਆ ਤੇ ਨਾ ਹੀ ਹੋਰ ਕਿਸੇ ਪਾਸੋਂ ਪੜ੍ਹਨ ਦਿੱਤਾ ਹੈ। ਫਿਰ ਮੇਰੇ ਪਿਤਾ ਨੇ ਮੇਰੇ ਵੱਲ ਵੇਖ ਕੇ ਆਖਿਆ, ਪੁੱਤਰ, ਇਹ ਖੋਟੀ ਮੱਤ ਤੂੰ ਕਿੱਥੋਂ ਸਿੱਖੀ ਹੈ? ਮੈਂ ਕਿਹਾ, ਪਿਤਾ ਜੀ, ਇਹ ਸੱਚੀਆਂ ਗੱਲਾਂ ਮੈਨੂੰ ਕਿਸੇ ਨੇ ਨਹੀਂ ਸਿਖਾਈਆਂ ਪੜ੍ਹਾਈਆਂ। ਤੁਹਾਨੂੰ ਇਹ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਤੁਸੀਂ ਜਗਤ ਦੇ ਪਦਾਰਥਾਂ ਦੇ ਜੰਜਾਲਾਂ ਵਿੱਚ ਫਸੇ ਹੋਏ ਹੋ ਤੇ ਆਤਮ ਗਿਆਨ ਤੁਹਾਡੇ ਹਿਰਦੇ ਵਿੱਚ ਨਹੀਂ ਹੈ। ਪਿਤਾ ਜੀ, ਵਿਸ਼ਨੂੰ ਭਗਤੀ ਕਰੋ ਅਤੇ ਸੰਤਾਂ ਦੀ ਸੰਗਤ ਕਰੋ, ਇਸ ਨਾਲ ਜਨਮ ਮਰਨ ਮਿਟ ਜਾਏਗਾ। ਮੇਰੀ ਇਹ ਗੱਲ ਸੁਣ ਕੇ ਮੇਰਾ ਪਿਤਾ ਬੜੇ ਕ੍ਰੋਧ ਨਾਲ ਗਰਜਿਆ ਤੇ ਮੈਨੂੰ ਗੋਦੀ ਵਿੱਚੋਂ ਬਾਹਰ ਸੁੱਟ ਕੇ ਕਹਿਣ ਲੱਗਾ, ਇਹ ਮੇਰਾ ਪੁੱਤਰ ਨਹੀਂ ਹੈ, ਮੇਰੇ ਘਰ ਕਲੰਕ ਪੈਦਾ ਹੋ ਗਿਆ ਹੈ। ਮੇਰੇ ਭਾਈ ਦੇ ਕਾਤਲ ਦੀ ਮੈਨੂੰ ਇਹ ਭਗਤੀ ਕਰਨੀ ਦੱਸਦਾ ਹੈ। ਇਸ ਨੂੰ ਫੜ ਕੇ ਲੈ ਜਾਓ ਤੇ ਮਾਰ ਮੁਕਾ ਦਿਓ। ਮੇਰੇ ਪਿਤਾ ਦਾ ਇਹ ਹੁਕਮ ਸੁਣ ਕੇ ਦੈਂਤ ਗੁੱਸੇ ਨਾਲ ਮੈਨੂੰ ਤਰਸ਼ੂਲਾਂ ਤੇ ਕਿਰਪਾਨਾਂ ਮਾਰਨ ਲੱਗ ਪਏ, ਪਰ ਨਿਰੰਕਾਰ ਨੇ ਮੈਨੂੰ ਉਹਨਾਂ ਤੋਂ ਬਚਾ ਲਿਆ। ਦੈਂਤਾਂ ਦੇ ਸਭ ਵਾਰ ਵਿਅਰਥ ਹੀ ਗਏ। ਹਿਰਨਕਸ਼ਪ ਇਹੀ ਗੱਲ ਵੇਖ ਕੇ ਬੜਾ ਹੈਰਾਨ ਹੋਇਆ, ਕਹਿਣ ਲੱਗਾ ਕਿ ਇਸ ਤਰ੍ਹਾਂ ਨਹੀਂ ਮਰੇਗਾ, ਇਸ ਨੂੰ ਮਸਤ ਹਾਥੀ ਅੱਗੇ ਪਾ ਕੇ ਚੂਰ-ਚੂਰ ਕਰ ਦਿਓ। ਜੇਕਰ ਹਾਥੀ ਦੀ ਮਾਰ ਤੋਂ ਵੀ ਬਚ ਜਾਵੇ ਤਾਂ ਫਿਰ ਇਸ ਨੂੰ ਸੱਪ ਲੜਾਓ। ਜੇ ਇਸ ਤਰ੍ਹਾਂ ਵੀ ਨਾ ਮਰੇ ਤਾਂ ਖਾਣੇ ਵਿੱਚ ਜ਼ਹਿਰ ਦੇ ਕੇ ਮਾਰ ਦਿਓ। ਇਹ ਜਿੰਦਾ ਰੱਖਣ ਯੋਗ ਨਹੀਂ ਹੈ।
ਪਰ ਮੈਨੂੰ ਹਾਥੀ, ਸੱਪ ਅਤੇ ਜ਼ਹਿਰ ਤੋਂ ਪ੍ਰਮਾਤਮਾ ਨੇ ਬਚਾ ਲਿਆ। ਮੈਨੂੰ ਖੇਦ ਨਾ ਹੋਇਆ। ਫਿਰ ਇੱਕ ਦਿਨ ਮੇਰੇ ਹੱਥ ਪੈਰ ਬੰਨ੍ਹ ਕੇ ਉੱਚੇ ਪਹਾੜ ਉੱਤੋਂ ਹੇਠਾਂ ਸੁੱਟ ਦਿੱਤਾ। ਜਦ ਮੈਂ ਇੱਥੋਂ ਵੀ ਪ੍ਰਭੂ ਕਿਰਪਾ ਨਾਲ ਬਚ ਗਿਆ ਤਾਂ ਮੈਨੂੰ ਪਾਣੀ ਵਿੱਚ ਡੁਬੋ ਦਿੱਤਾ ਗਿਆ। ਜਦ ਇੱਥੋਂ ਵੀ ਪ੍ਰਮਾਤਮਾ ਨੇ ਮੈਨੂੰ ਰੱਖ ਲਿਆ ਤਾਂ ਫਿਰ ਤੇਜ਼ ਅਗਨੀ ਵਿੱਚ ਪਾ ਦਿੱਤਾ। ਜਦ ਮੈਂ ਅਗਨੀ ਵਿੱਚ ਸੜਨ ਤੋਂ ਵੀ ਬਚ ਗਿਆ ਤਾਂ ਮੈਨੂੰ ਕਈ ਦਿਨ ਭੁੱਖਾ ਧਿਆਇਆ ਰੱਖਿਆ ਗਿਆ। ਇਹ ਸਾਰੇ ਉਪਾਏ ਨਿਸਫਲ ਹੋਏ ਵੇਖ ਕੇ ਹਿਰਣਕਸ਼ਪ ਬੜਾ ਚਿੰਤਾਤੁਰ ਹੋ ਗਿਆ। ਸੰਡਾ ਮਰਕਾ ਨੇ ਰਾਜੇ ਨੂੰ ਆਖਿਆ, ਤੁਸੀਂ ਚਿੰਤਾਤੁਰ ਨਾ ਹੋਵੋ, ਅਜੇ ਇਹ ਬੱਚਾ ਹੈ। ਜਦ ਸਿਆਣਾ ਹੋਵੇਗਾ ਤਾਂ ਸਮਝ ਜਾਏਗਾ। ਇਸ ਨੂੰ ਅਸੀਂ ਆਪਣੇ ਸ਼ੁਕਰ ਪੁਰੋਹਿਤ ਪਾਸ ਹੀ ਰਾਜਨੀਤੀ ਪੜ੍ਹਾਵਾਂਗੇ। ਰਾਜੇ ਨੇ ਕਿਹਾ, ਠੀਕ ਹੈ, ਇਸ ਨੂੰ ਤਦ ਤੱਕ ਕੋਠੜੀ ਵਿੱਚ ਬੰਦ ਕਰਕੇ ਰੱਖੋ ਜਦ ਤੱਕ ਸ਼ੁਕਰ ਪੁਰੋਹਿਤ ਨਾ ਆ ਜਾਵੇ। ਤਦ ਸੰਡਾ ਮਰਕਾ ਨੇ ਮੈਨੂੰ ਆਪਣੇ ਘਰ ਕੋਠੜੀ ਵਿੱਚ ਬੰਦ ਕਰ ਦਿੱਤਾ ਅਤੇ ਜਦੋਂ ਆਉਂਦੇ ਮੈਨੂੰ ਆਪਣਾ ਪਾਠ ਹੀ ਪੜ੍ਹਾਉਂਦੇ, ਪਰ ਮੈਂ ਉਹਨਾਂ ਦਾ ਪੜ੍ਹਾਇਆ ਮਨ ਵਿੱਚ ਨਾ ਰੱਖਦਾ ਤੇ ਇੱਕ ਕਰਤਾਰ ਦੇ ਸਿਮਰਨ ਵਿੱਚ ਹੀ ਜੁੜਿਆ ਰਹਿੰਦਾ। ਜਦ ਇਹ ਦੈਂਤ ਬਾਹਰ ਕਿਸੇ ਕੰਮ ਜਾਂਦੇ ਤਾਂ ਇਹਨਾਂ ਦੇ ਬੱਚੇ ਮੇਰੇ ਪਾਸ ਆ ਜਾਂਦੇ। ਮੈਂ ਉਹਨਾਂ ਨੂੰ ਵੀ ਵਿਸ਼ਨੂੰ ਭਗਤੀ ਦਾ ਉਪਦੇਸ਼ ਦਿੰਦਾ, ਜਿਸ ਨੂੰ ਸੁਣ ਕੇ ਉਹ ਬਾਲਕ ਵੀ ਮਨ ਵਿੱਚ ਧਾਰ ਲੈਂਦੇ ਸਨ। ਸੋ ਸੰਗਤ ਜੀ, ਇਸ ਵੀਡੀਓ 'ਚ ਪਹਿਲਾ ਭਾਗ ਅਸੀਂ ਸੰਪੂਰਨ ਕੀਤਾ। ਇਹ ਲੜੀ ਨੂੰ ਜੋੜਨ ਦੇ ਲਈ ਇੱਕ ਵੀਡੀਓ ਹੋਰ ਦੂਜੇ ਭਾਗ ਦੀ ਬਣਾਵਾਂਗੇ। ਜ਼ਰੂਰ ਇੰਤਜ਼ਾਰ ਕਰਿਓ ਤੇ ਸਾਡੇ ਨਾਲ ਜੁੜੇ ਰਹੋ। ਬਹੁਤ ਬਹੁਤ ਧੰਨਵਾਦ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।